Hello students, welcome to my channel. This is NEET Biology Boost Up series for those who are preparing for NEET exam 2021 and 2022, and this is the part 1 called as Capsule 1. इस सीरीज़ के दौरान मैं तुहाडे नाल कोई भी इंपॉर्टेंट क्वेश्चन तुहाडे नाल डिस्कस करूँगी, उहदे नाल रिलेटेड इंपॉर्टेंट फैक्ट्स जो किसी ना किसी तरीके नाल तुहाडे जो नीट एग्जाम दे विच तुहानूं जरूर पूछे जाणगे जां उहदे नाल रिलेटेड फैक्ट और द सिमिलर क्वेश्चन कुड बी आस्क्ड. सो टुडे वी विल डिस्कस दिस क्वेश्चन. मे बी तुसीं ये सारिਆਂ ने क्वेश्चन किते ना किते जरूर कीता होवे. इस 4 स्टेटमेंट्स दित्तियां ने ते यू हैव टू चूज वन रॉन्ग स्टेटमेंट एंड दिस इज द क्वेश्चन which came in 2015 NEET exam. So here are the 4 options. That haploid endosperm is typical feature of gymnosperm, or brown algae have chlorophyll A, C, fucoxanthin, archegonia are found in bryophyta, pteridophyta, gymnosperm, and last option is mucor has biflagellate zoospore. Okay, maybe you all know the answer that mucor has biflagellate zoospore is the wrong statement. But ਕੀ ਤੁਸੀਂ ਇਸ ਕੁਐਸਚਨ ਨੂੰ ਪੜ੍ਹਦੇ ਹੋਏ ਕਈ ਵਾਰੀ ਕਈ ਬੱਚੇ ਸਿਰਫ ਤੁੱਕਾ ਮਾਰਦੇ ਨੇ, ਹਿੱਟ ਐਂਡ ਟਰਾਇਲ ਕਿ ਸਾਡਾ ਆਨਸਰ ਸਹੀ ਆਉਂਦਾ ਤੇ ਫਿਰ ਆਪਸ਼ਨਸ ਦੇਖਦੇ ਨੇ, ਜਾਂ ਕਈ ਬੱਚੇ ਜਦੋਂ ਫਸਟ ਟਾਈਮ ਕਰਦੇ ਨੇ ਤਾਂ ਉਹ ਲਾਸਟ ਦੇ ਆਪਸ਼ਨ ਦੇ ਨਾਲ ਜੋ ਹਿੰਟ ਜਾਂ ਫਿਰ ਉਹਦੀ ਐਕਸਪਲੇਨੇਸ਼ਨ ਹੁੰਦੀ ਹੈ ਉਹਨੂੰ ਰੀਡ ਕਰਕੇ ਨੈਕਸਟ ਕੁਐਸਚਨ 'ਤੇ ਚਲੇ ਜਾਂਦੇ ਨੇ. ਪਰ ਆਪਾਂ ਇੱਥੇ ਨਹੀਂ ਕਰਨਾ, ਠੀਕ ਹੈ. ਇਹਦੀ ਵੀ ਆਪਾਂ ਡਿਸਕਸ਼ਨ ਕਰਾਂਗੇ ਕਿ ਮਿਊਕਰ ਹੈਜ਼ ਬਾਈਫਲੈਜੀਲੇਟ ਜ਼ੂਸਪੋਰਸ, ਵਾਈ ਇਟ ਇਜ਼ ਅ ਰੋਂਗ ਸਟੇਟਮੈਂਟ. ਬਟ ਹੁਣ ਜਦੋਂ ਤੁਸੀਂ ਨੀਟ ਦੀ ਪ੍ਰੈਪਰੇਸ਼ਨ ਕਰਨੀ ਆ ਤਾਂ ਉਹਦੇ ਲਈ ਇੱਕ ਰੂਲ ਜ਼ਰੂਰ ਬਣਾਉਣਾ ਕਿ ਪਹਿਲਾਂ ਜੋ ਵੀ ਤੁਹਾਨੂੰ ਸਟੇਟਮੈਂਟ ਜਾਂ ਆਪਸ਼ਨਸ ਦਿੱਤੀਆਂ ਨੇ ਤੁਸੀਂ ਜ਼ਰੂਰ ਸੋਚਣਾ ਕਿ ਤੁਹਾਨੂੰ ਹਰ ਇੱਕ ਵਰਡ ਦਾ ਮੀਨਿੰਗ ਕਲੀਅਰ ਆ. ਡੂ ਯੂ ਐਕਚੁਅਲੀ ਨੋ ਕਿ ਤੁਸੀਂ ਇਹ ਕੁਐਸਚਨ ਪੜ੍ਹਦੇ ਹੋਏ ਦੇਖਿਆ ਕਿ ਹੈਪਲੋਇਡ ਐਂਡੋਸਪਰਮ ਇਜ਼ ਟਿਪੀਕਲ ਫੀਚਰ ਆਫ ਜਿਮਨੋਸਪਰਮ. ਇੱਥੇ ਤੁਸੀਂ ਦੇਖ ਲਿਆ ਟਰੂ ਆ ਕਿ ਤੁਹਾਡੇ ਦਿਮਾਗ 'ਚ ਕੁਐਸਚਨ ਆਇਆ ਕਿ ਜੇ ਜਿਮਨੋਸਪਰਮ ਦੇ ਵਿੱਚ ਹੈਪਲੋਇਡ ਐਂਡੋਸਪਰਮ ਆ ਦੈਨ ਵਟ ਇਜ਼ ਪ੍ਰੈਜ਼ੈਂਟ ਇਨ ਐਂਜੀਓਸਪਰਮ. ਤਾਂ ਐਵੇਂ ਦੀ ਡਿਸਕਸ਼ਨ ਮੈਂ ਤੁਹਾਨੂੰ ਇਸ ਸੀਰੀਜ਼ ਦੇ ਦੌਰਾਨ ਤੁਹਾਡੇ ਨਾਲ ਸਾਂਝੀ ਕਰੂੰਗੀ ਜੋ ਤੁਹਾਨੂੰ ਬਹੁਤ ਹੈਲਪ ਕਰੂਗੀ ਤੁਹਾਡੀ ਪ੍ਰੈਪਰੇਸ਼ਨ ਦੇ ਵਿੱਚ. ਤੁਸੀਂ ਜ਼ਰੂਰੀ ਜੋ ਪੁਆਇੰਟਸ ਨੇ ਉਹ ਜ਼ਰੂਰ ਨੋਟ ਡਾਊਨ ਕਰਨੇ ਨੇ, ਠੀਕ ਹੈ. ਸੋ ਕੁਐਸਚਨ ਜੋ ਤੁਹਾਡੇ ਦਿਮਾਗ 'ਚ ਆਉਣਾ ਚਾਹੀਦਾ ਨੀਚੇ ਲਿਖਿਆ ਵੀ ਹੋਇਆ, ਵਟ ਆਰ ਦ ਇੰਪੋਰਟੈਂਟ ਵਰਡਸ ਟੂ ਲਰਨ ਇਨ ਦਿਸ ਕੁਐਸਚਨ. ਤੁਸੀਂ ਇਸ ਕੁਐਸਚਨ 'ਚੋਂ ਹੋਰ ਕੀ ਸਿੱਖਣਾ ਵਾ. ਹਾਂਜੀ, ਨੰਬਰ 1 ਆਪਾਂ ਇਸ 'ਚ ਫਸਟ ਟਰਮ ਸੀ ਹੈਪਲੋਇਡ ਐਂਡੋਸਪਰਮ. So you all should know that haploid means half chromosome number and endosperm means, what endosperm means? Endo means inside and sperm means seed, something present inside seed which help in nourishment of the developing embryo. ठीक है, जो embryo develop होना seed ਦੇ ਅੰਦਰ, embryo ਕੀ ਹੁੰਦਾ? ਜਦੋਂ ਐਗ ਤੇ ਮੇਲ ਗੈਮੀਟ ਦੀ ਫਿਊਜ਼ਨ ਹੋ ਗਈ ਉਸ ਤੋਂ ਬਾਅਦ ਜ਼ਾਈਗੋਟ ਦੀ ਫਾਰਮੇਸ਼ਨ ਤੋਂ ਬਾਅਦ ਉਹਨੇ ਡਿਵੈਲਪ ਹੋਣਾ, ਉਹਨੇ ਪੂਰਾ ਜੋ ਸੀਡ ਬਣਾਉਣਾ ਐਂਬਰੀਓ, ਠੀਕ ਹੈ, ਉਹਨੂੰ ਆਪਾਂ ਨਾਮ ਦਿੰਦੇ ਐਂਬਰੀਓ ਦਾ. ਤਾਂ ਐਂਡੋਸਪਰਮ ਉਹਨੂੰ ਫੂਡ ਪ੍ਰੋਵਾਈਡ ਕਰਵਾਉਂਦਾ, ਨੋਰਿਸ਼ਮੈਂਟ ਪ੍ਰੋਵਾਈਡ ਕਰਵਾਉਂਦਾ, ਨਿਊਟਰੀਐਂਟਸ. ਹੁਣ ਇੰਪੋਰਟੈਂਟ ਕੀ ਪੁਆਇੰਟਸ ਕੀ ਨੇ? ਇਨ ਜਿਮਨੋਸਪਰਮ ਐਂਡੋਸਪਰਮ ਇਜ਼ ਹੈਪਲੋਇਡ ਇਨ ਨੇਚਰ. ਹੈਪਲੋਇਡ ਕਿਉਂ ਆ? Because it is formed before fertilization. Important point. ਜਿਮਨੋਸਪਰਮ ਦੇ ਵਿੱਚ ਐਂਡੋਸਪਰਮ ਫਰਟੀਲਾਈਜੇਸ਼ਨ ਤੋਂ ਪਹਿਲਾਂ ਹੀ ਬਣ ਜਾਂਦਾ, ਜਦ ਕਿ ਐਂਜੀਓਸਪਰਮ ਦੇ ਵਿੱਚ ਇਹ ਐਂਡੋਸਪਰਮ ਇਟ ਇਜ਼ ਫਾਰਮਡ ਆਫਟਰ ਫਰਟੀਲਾਈਜੇਸ਼ਨ. ਉਹ ਫਿਊਜ਼ਨ ਤੋਂ ਬਾਅਦ ਬਣਦਾ ਕਿ ਇੱਕ ਮੇਲ ਗੈਮੀਟ ਫਿਊਜ਼ ਕਰਦਾ ਵਿਦ 2 ਪੋਲਰ ਨਿਊਕਲੀਆਈ, ਠੀਕ ਹੈ. ਪੋਲਰ ਨਿਊਕਲੀਆਈ ਕਿਹੜੇ? ਕਿ ਜਦੋਂ ਫੀਮੇਲ ਗੈਮੀਟੋਫਾਈਟ ਦੀ ਜੋ ਡਿਵੈਲਪਮੈਂਟ ਹੁੰਦੀ ਹੈ ਐਂਜੀਓਸਪਰਮ ਦੇ ਵਿੱਚ, ਠੀਕ ਹੈ, ਐਂਬਰੀਓ ਸੈਕ ਦੀ ਫਾਰਮੇਸ਼ਨ ਤੁਸੀਂ ਆਪਣੇ ਜੋ ਕੰਟੈਂਟ ਆ ਉਹਦੇ 'ਚ ਪੜ੍ਹਿਆ ਹੋਣਾ. 7 ਸੈੱਲ 8 ਨਿਊਕਲੀਆਈ ਸਟੇਜ ਦੇ ਵਿੱਚ ਸੈਂਟਰਲ ਜੋ ਸੈੱਲ ਹੁੰਦਾ ਉਹਦੇ 'ਚ 2 ਪੋਲਰ ਨਿਊਕਲੀਆਈ ਹੁੰਦੇ ਨੇ, ਉਹਨਾਂ ਨਾਲ ਆ ਕੇ ਮੇਲ ਗੈਮੀਟ ਫਿਊਜ਼ ਕਰਦਾ ਤੇ ਆਪਣੇ ਕੋਲ ਟ੍ਰਿਪਲੋਇਡ ਸਟਰਕਚਰ ਆ ਜਾਂਦਾ. ਸੋ ਦੈਟ ਟ੍ਰਿਪਲੋਇਡ ਸਟਰਕਚਰ ਫਾਰਮ ਐਂਡੋਸਪਰਮ.
ਸੋ ਯਾਦ ਰੱਖਣਾ ਤੁਹਾਨੂੰ ਇਵੇਂ ਦੀਆਂ ਸਟੇਟਮੈਂਟਸ ਵੀ ਆ ਸਕਦੀਆਂ ਨੇ। ਐਂਜੀਓਸਪਰਮ ਦੇ ਵਿੱਚ ਟ੍ਰਿਪਲੋਇਡ ਐਂਡੋਸਪਰਮ, ਐਂਜੀਓਸਪਰਮ ਦੇ ਵਿੱਚ ਐਂਡੋਸਪਰਮ ਇਜ਼ ਫਾਰਮਡ ਆਫਟਰ ਫਰਟੀਲਾਈਜੇਸ਼ਨ, ਠੀਕ ਹੈ। ਜਿਮਨੋਸਪਰਮ ਦੇ ਵਿੱਚ ਐਂਡੋਸਪਰਮ ਇਜ਼ ਫਾਰਮਡ ਬਿਫੋਰ ਫਰਟੀਲਾਈਜੇਸ਼ਨ। ਤਾਂ ਇਵੇਂ ਦੀਆਂ ਸਟੇਟਮੈਂਟਸ ਦੇ ਕੇ ਵੀ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਕਿ ਵਿਚ ਵਨ ਇਜ਼ ਕਰੈਕਟ ਸਟੇਟਮੈਂਟ ਔਰ ਵਿਚ ਵਨ ਇਜ਼ ਰੋਂਗ ਸਟੇਟਮੈਂਟ, ਠੀਕ ਹੈ। ਇਹ ਫੈਕਟਸ ਤੁਸੀਂ ਨੋਟ ਡਾਊਨ ਕਰਨੇ ਨੇ। ਨੈਕਸਟ ਇੰਪੋਰਟੈਂਟ ਵਰਡ ਇਜ਼ ਬਰਾਊਨ ਐਲਗੀ ਨਾਲ ਰਿਲੇਟਡ ਕੁਛ ਫੈਕਟਸ ਨੇ। ਬਰਾਊਨ ਐਲਗੀ, ਬਰਾਊਨ ਕਲਰ ਕਿਉਂ ਹੁੰਦਾ ਬਰਾਊਨ ਐਲਗੀ ਦਾ? ਦੈਟ ਇਜ਼ ਡਿਊ ਟੂ ਪ੍ਰੈਜ਼ੈਂਸ ਆਫ ਅ ਜ਼ੈਂਥੋਫਿਲ ਟਾਈਪ ਪਿਗਮੈਂਟ, ਜ਼ੈਂਥੋਫਿਲ ਪਿਗਮੈਂਟ ਜਿਹਦਾ ਨਾਮ ਕੀ ਹੈ? ਫਿਊਕੋਜ਼ੈਂਥਿਨ, ਜ਼ੈਂਥਿਨ ਐਂਡ ਜ਼ੈਂਥੋਫਿਲ, ਠੀਕ ਹੈ। ਬਰਾਊਨ ਕਲਰ ਇੰਪਾਰਟ ਕਰਦਾ ਹੈ ਐਲਗੀ ਨੂੰ। ਹੁਣ ਐਲਗੀ ਦੇ ਵਿੱਚ ਕੁਐਸਚਨ ਆਉਂਦਾ ਰੀਜ਼ਨਿੰਗ ਆਪਣੇ ਨਾਲ ਕਿ ਐਲਗੀ ਦੇ ਵਿੱਚ ਕਲੋਰੋਫਿਲ ਏ ਵੀ ਪ੍ਰੈਜ਼ੈਂਟ ਆ, ਫਿਰ ਇਸ ਐਲਗੀ ਦਾ ਕਲਰ ਗ੍ਰੀਨ ਕਿਉਂ ਨਹੀਂ ਹੁੰਦਾ? ਕਿਉਂਕਿ ਜੋ ਫਿਊਕੋਜ਼ੈਂਥਿਨ ਪਿਗਮੈਂਟ ਆ ਉਹਦਾ ਇੰਪੈਕਟ ਇੰਨਾ ਜ਼ਿਆਦਾ ਹੁੰਦਾ ਕਿ ਉਹ ਕਲੋਰੋਫਿਲ ਏ ਦੇ ਇੰਪੈਕਟ ਨੂੰ ਕਵਰ ਕਰ ਲੈਂਦਾ। ਇਟ ਮਾਸਕ ਦਾ ਅਦਰ ਪਿਗਮੈਂਟਸ ਦੈਟ ਇਜ਼ ਕਲੋਰੋਫਿਲ ਏ ਐਂਡ ਕਲੋਰੋਫਿਲ ਸੀ, ਠੀਕ ਹੈ। ਬਰਾਊਨ ਐਲਗੀ ਦੇ ਵਿੱਚ ਨਾਲ ਏ ਤੇ ਸੀ ਪ੍ਰੈਜ਼ੈਂਟ ਹੁੰਦੇ। ਹੁਣ ਤੁਸੀਂ ਨਾਲ ਹੀ ਆਪਣੀ ਬੁੱਕ ਦੇ ਵਿੱਚੋਂ ਜੋ ਤੁਹਾਨੂੰ 3 ਟਾਈਪਸ ਆਫ ਐਲਗੀ ਦਾ ਟੇਬਲ ਦਿੱਤਾ ਹੋਇਆ, ਠੀਕ ਹੈ, ਪਲਾਂਟ ਕਿੰਗਡਮ ਦੇ ਵਿੱਚ, ਤਾਂ ਉਸ ਨੂੰ ਵੀ ਜ਼ਰੂਰ ਨੋਟ ਡਾਊਨ ਕਰਨਾ, ਧਿਆਨ 'ਚ ਰੱਖਣਾ, ਠੀਕ ਹੈ। ਉਸੇ 'ਚ ਹੀ ਹੈ ਕਿ ਪ੍ਰਿੰਸੀਪਲ ਜੋ ਕਾਰਬੋਹਾਈਡਰੇਟ ਰਿਜ਼ਰਵ ਹੈ ਬਰਾਊਨ ਐਲਗੀ 'ਚ ਦੈਟ ਇਜ਼ ਲੈਮੀਨੈਰਿਨ। So true starch is absent. This is important. This is a fact that in brown algae true starch is absent. ठीक है. Next, its walls are made of cellulose. Next, they are the simplest plant form, okay, which may be branched filamentous cellus. This is a simple point. ਹੁਣ important ਇਹ ਕਿਉਂ ਸਿੰਪਲੈਸਟ ਪਲਾਂਟ ਫਾਰਮ ਆ, ਬਟ ਇਹਦੇ 'ਚ ਇੱਕ ਕੰਪਲੈਕਸ ਪਲਾਂਟਸ ਹੁੰਦੇ ਨੇ, ਕੰਪਲੈਕਸ ਐਲਗੀ ਆ, ਦੈਟ ਇਜ਼ kelps. Important word are kelp is a type of brown algae which may grow as long as 70 meters, ठीक है, and they are the most complex. Important word in related है gas bladders. kelps ਦੇ ਜੋ upper portion ਨੇ, ठीक है, upper portion ਦੇ ਨੇੜੇ ਗੈਸ ਬਲੈਡਰਸ ਪ੍ਰੈਜ਼ੈਂਟ ਹੁੰਦੇ ਨੇ। ਨਿਮੈਟੋਸਾਈਟਸ, ਨਿਮੈਟੋਸਿਸਟਸ ਬੋਲਦੇ ਇਹਨਾਂ ਨੂੰ, ਇੰਪੋਰਟੈਂਟ ਵਰਡ ਆ। ਦਿਸ ਕੀਪ ਦਾ ਅਪਰ ਪੋਰਸ਼ਨਸ ਆਫ ਐਲਗੀ ਅਫਲੋਟ, ਠੀਕ ਹੈ, ਇਹਨਾਂ ਨੂੰ ਤੈਰਨ ਵਿੱਚ ਹੈਲਪ ਕਰਦਾ ਕਿ ਐਲਗੀ, ਠੀਕ ਹੈ, ਉੱਪਰ ਤੈਰਦੀ ਰਹੇ। ਤਾਂ ਉਹਦੇ ਲਈ ਵਰਡ ਹੈ ਨਿਮੈਟੋਸਿਸ, ਇਹ ਯਾਦ ਰੱਖਣਾ ਤੁਸੀਂ। ਹਾਂਜੀ, ਨੈਕਸਟ what we can learn from the question is the word archegonium. So what is archegonium? Archegonium ਤੁਹਾਨੂੰ ਸ਼ਾਇਦ ਕਲੀਅਰ ਹੋਵੇ ਕਿ it is a multicellular structure or organ, ठीक है, female gametophyte face in bryophyta, pteridophyta, gymnosperm। ਹੁਣ ਇਹ ਤਿੰਨਾਂ ਪ੍ਰੈਜ਼ੈਂਟ ਹੁੰਦਾ, ਬ੍ਰਾਇਓਫਾਈਟਾ, ਟਰੀਡੋਫਾਈਟਾ, ਜਿਮਨੋਸਪਰਮ। ਲਾਸਟ ਗਰੁੱਪ ਆ ਜੋ ਪਲਾਂਟਸ ਦਾ ਐਂਜੀਓਸਪਰਮ, ਉਹਦੇ 'ਚ ਆਰਕੀਗੋਨੀਅਮ ਪ੍ਰੈਜ਼ੈਂਟ ਨਹੀਂ ਹੁੰਦਾ, ਬਹੁਤ ਰਿਡਿਊਸਡ ਫਾਰਮ 'ਚ ਫੀਮੇਲ ਗੈਮੀਟੋਫਾਈਟ ਹੁੰਦਾ, ਠੀਕ ਹੈ, ਜਿਹਦੇ 'ਚ ਐਗ ਪ੍ਰੈਜ਼ੈਂਟ ਹੁੰਦਾ, ਸੋ ਦੈਟ ਇਜ਼ ਫੀਮੇਲ ਗੈਮੀਟ, ਬਟ ਐਕਚੁਅਲ ਆਰਕੀਗੋਨੀਅਮ ਨਹੀਂ ਬਣਦਾ। ਹੁਣ ਇੱਕ ਇੰਪੋਰਟੈਂਟ ਫੈਕਟ ਆ, ਆਰਕੀਗੋਨੀਅਮ ਨਾਲ ਹੀ ਰਿਲੇਟਡ ਹੈ ਐਂਥਰੀਡੀਅਮ ਵਰਡ। ਐਂਥਰੀਡੀਅਮ ਹੁੰਦਾ ਮੇਲ ਗੈਮੀਟੋਫਾਈਟ। ਹੁਣ ਇੰਪੋਰਟੈਂਟ ਕਿ ਜਿਮਨੋਸਪਰਮ ਦੇ ਵਿੱਚ ਆਰਕੀਗੋਨੀਅਮ ਤਾਂ ਪ੍ਰੈਜ਼ੈਂਟ ਹੈ, ਬਟ ਇਨ ਜਿਮਨੋਸਪਰਮ no actual entheridia is present. So this is important point. Gymnosperm ਦੇ ਵਿੱਚ actual entheridia are absent, ठीक है। The male gametophytes are reduced in both gymnosperm and angiosperm and their entheridia have been reduced. So no actual entheridia. Note down ਕਰ ਲਿਓ ਇਸ ਫੈਕਟ ਨੂੰ। ਲਾਸਟ ਹੈ ਜੋ ਵਰਡ ਆਪਾਂ ਕੁਐਸਚਨ ਤੋਂ ਸਿੱਖਣਾ ਹੈ, ਦੈਟ ਇਜ਼ ਬਾਈਫਲੈਜੂਲੇਟ ਜ਼ੂਸਪੋਰਸ। ਕਿ ਵਟ ਇਜ਼ ਬਾਈਫਲੈਜੂਲੇਟ ਜ਼ੂਸਪੋਰ? ਦੇ ਆਰ asexual spores, ठीक है, they are motile in nature having 2 types of flagella, that is whiplash and tinsel type of flagella, and these zoospores are mostly found in Oomycota, जो डिवीजन है फंजाई दी, ठीक है, ओमाइकोटा च हुंदे ने। बट म्यूकर विच इज़ अ फाइकोमाइस्टीज
ग्रुप दे अंडर हुंदा म्यूकर। दे रीप्रोड्यूस asexually बाय सुपरेंजियोस्पोर्स। वो जूस्पोर्स नाल नहीं रीप्रोड्यूस करते, सुपरेंजियोस्पोर्स नाल रीप्रोड्यूस करते हैं। एंड ऑल्सो गैमेटेंजियल कॉन्जुगेशन होंदी है उन्हां च कि दो जो म्यूकर दे जो डिफरेंट पोलैरिटी दे जो माइसीलियम ने हाइफे ने दे कम इन कॉन्टैक्ट विद ईच अदर एंड देयर न्यूक्लियाई फ्यूजेस, so that is gametangial conjugation. So this word is related with the mucor. So this was all about the words related to the question. So students, in this way every Monday, Wednesday and Friday we will discuss important questions. Please do subscribe the channel and share the video. Thank